ਜੀ अस्सलाम वालेकुम। मैं नज़र अब्बास लंदन ਤੋਂ ਫਿਰ ਪੰਜਾਬੀ 'ਚ ਗੱਲ ਕਰ ਲਈਏ। ਮੈਨੂੰ ਕਿਸੇ ਦੋਸਤ ਨੇ ਕਿਹਾ ਕਿ ਯਾਰ ਥੋੜੀ ਜਿਹੀ ਗੱਲ ਕਿਸੇ ਵੇਲੇ ਨਾਲ ਪੰਜਾਬੀ ਜਿਹੜੀ ਤੂੰ ਸ਼ੁਰੂ ਕੀਤੀ ਹੈ ਨਾ ਤੇ ਗੱਲ ਕਰੀ ਰੱਖਿਆ ਕਰ ਪੰਜਾਬੀ ਦੇ ਵਿੱਚ ਥੋੜੀ ਜਿਹੀ ਪਿੰਡਾਂ ਜਿਹੜਾ ਜੀ ਪਿੰਡਾਂ ਥਾਵਾਂ ਦੇ ਵਿੱਚ ਲੋਕ ਸੁਣਦੇ ਨੇ, ਕੋਈ ਦੇਖਦੇ ਨੇ, ਕੋਈ ਉਹਨਾਂ ਦੇ ਗੱਲ ਪੜਦੀ ਹੈ। ਤੇ ਅੱਛਾ ਜੀ, ਗੱਲ ਇਸ ਤਰ੍ਹਾਂ ਸਰ ਕਿ ਇੱਕ ਸਾਡੇ ਸਾਥੀ ਨੇ ਟਿਕਟੌਕ ਦੇ ਤੇ ਕਾਫੀ ਨੋਨ ਬੰਦਾ ਹਰ ਸਾਰੀ ਦੁਨੀਆ ਜਾਣਦੀ ਆਸਫ ਨੂੰ। ਆਸਫ ਸਾਹਿਬ ਨੇ ਗੱਲ ਬੜੀ ਮਜ਼ੇਦਾਰ ਕੀਤੀ ਮਰੀਮ ਸਫਦਰ ਦੇ ਬਾਰੇ। ਮਰੀਮ ਸਾਹਿਬਾ ਦੇ ਬਾਰੇ 'ਚ ਫਰਮਾਉਂਦੇ ਨੇ ਕਿ ਉਹਨਾਂ ਨੇ ਧੀ ਤੋਂ ਮਾਂ ਦਾ ਸਫ਼ਰ ਬੜੀ ਸਪੀਡ ਨਾਲ ਤੈਅ ਕੀਤਾ। ਜਦੋਂ ਆਈ ਸੀ, ਅੱਜ ਤੋਂ 4 ਮਹੀਨੇ ਪਹਿਲੇ, 4-6 ਮਹੀਨੇ ਪਹਿਲੇ ਜਦੋਂ ਵਜ਼ੀਰ ਆਲਾ ਬਣੀ ਹੈ, ਉਦੋਂ ਇਹ ਪੰਜਾਬ ਦੀ ਬੇਟੀ ਸੀ, ਪਾਕਿਸਤਾਨ ਦੀ ਧੀ ਸੀ, ਪਾਕਿਸਤਾਨ ਦੀ ਧੀ ਸੀ ਤੇ ਪਾਕਿਸਤਾਨ ਦੀ ਧੀ ਸੀ। ਹੁਣ ਇੱਕਦਮ ਬੜੀ ਸਪੀਡ ਨਾਲ, ਸਾਲ ਵੀ ਨਹੀਂ ਹੋਇਆ ਪੂਰਾ ਉਹਨਾਂ ਨੂੰ, ਤੇ ਉਹ ਇੱਕ ਮਾਂ ਦੀ ਸ਼ਕਲ ਅਖਤਿਆਰ ਕਰ ਗਈ ਹੈ। ਯਾਨੀ ਇਸ ਖਤੂਨ ਦੇ ਉੱਤੇ ਗੱਲ ਕਰਨ ਲੱਗਿਆਂ ਆਪੇ ਹੀ ਆ ਜਾਂਦੀ ਹੈ। ਉਹ ਕਿਸੇ ਕੁਝ ਇੱਕ ਹੋਰ ਮੈਂ ਦੇਖਦਾ ਪਿਆ ਸੀ, ਕਿਸੇ ਬੰਦੇ ਨੇ ਗੱਲ ਕੀਤੀ ਕਿ ਐਡੀ ਮਹਿੰਗੀ ਮਾਂ ਸਾਨੂੰ ਨਹੀਂ ਚਾਹੀਦੀ, ਸਾਡੇ ਅੱਗੇ ਕਾਰੋਬਾਰ ਬੰਦ ਆ, ਇਹਦੀਆਂ ਸਰਜਰੀਆਂ ਇਸ ਮਾਂ ਦੀਆਂ ਕੌਣ ਕਰਾਉਂਦਾ ਫਿਰੇਗਾ, ਸਾਨੂੰ ਦੇਸੀ ਜੀ ਆਪਣੀ ਜਿਹੜੀ ਮਾਂ ਨਾ ਸਾਨੂੰ ਉਹ ਠੀਕ ਹੈ। ਤਾਂ ਇਹ ਪੋਜੀਸ਼ਨ ਹੈ ਜੀ ਇਹਨਾਂ ਦੀ। ਇਹਨਾਂ ਨੇ ਇਹ ਪਹਿਲੇ ਧੀ ਫਿਰ ਮਾਂ। ਇਹ ਪਤਾ ਕੀ ਸਮਝਦੇ ਨੇ ਪਿੰਡਾਂ ਵਾਲੇ, ਸ਼ਹਿਰਾਂ ਵਾਲੇ, ਪੰਜਾਬੀ, ਪਠਾਨ, ਮਤਲਬ ਪਾਕਿਸਤਾਨੀ ਜਿਹੜਾ ਨਾ ਝੱਲਾ, ਉਹ ਉਹਨਾਂ ਨੂੰ ਅਕਲ ਉਹਨਾਂ ਨੂੰ ਕੋਈ ਨਹੀਂ ਹੈ। ਜਿਹੜਾ ਚੱਕਰ ਲਾਵਾਂਗੇ ਅਸੀਂ ਚਲਾ ਦਿਆਂਗੇ। ਉਹਨੇ ਹੁਣ ਫੈਸਲਾਬਾਦ 'ਚ ਜਾ ਕੇ ਨਾ ਚਾਰੋਂ ਬਾਜ਼ਾਰ ਬੰਦ ਕਰਤੇ, ਖਾਲੀ ਕਰ ਦਿੱਤੀ, ਗੱਡੀ ਚਲਾਤੀ ਇੱਕ। ਉਸ ਗੱਡੀ ਦੇ ਬੜੇ ਲਤੀਫੇ ਬਣ ਰਹੇ ਆ। ਕਿਸੇ ਦਾ ਇੰਟਰਵਿਊ ਕੀਤਾ, ਉਹਨਾਂ ਨੇ ਕਿਹਾ ਭਾਜਨ ਇੱਥੇ ਤੋਂ ਕਾਰੋਬਾਰ ਨਹੀਂ ਹੋਣਗੇ, ਸੈਰਾਂ ਹੋਣਗੀਆਂ। ਤੋ ਇਹ ਹਿਸਾਬ ਹੈ ਜੀ ਇਹਨਾਂ ਦਾ। ਇਹਦਾ ਮਰੀਮ ਦਾ ਅੱਛਾ ਮੇਰਾ ਤੋ ਨਿਕਲ ਗਿਆ ਵਿੱਚੋਂ, ਤੇ ਸੀ ਇਹ ਪੰਜਾਬੀ 'ਚ ਗੱਲ ਕਰਨੀ ਜਿਹਨਾਂ ਦਾ ਕੋਈ ਸੌਖੀ ਦੀ ਹੈ। ਜਿਹਨੇ ਬੋਲਣੀ ਹਮੇਸ਼ਾ ਉਰਦੂ ਹੋਵੇ ਤਾਂ ਉਹਦੇ ਵਾਸਤੇ ਔਖਾ ਹੋ ਜਾਂਦਾ। ਬਹਰਹਾਲ ਅਨਸੈਂਸਰ, ਇਟ ਗੋਜ਼ ਅਨਸੈਂਸਰ। ਅੱਛਾ ਜੀ, ਉਸ ਤੋਂ ਬਾਅਦ ਇੱਕ ਚੀਜ਼ ਹੋਰ ਜੀ, ਇਹ ਤੇ ਮਰੀਮ ਦੀ ਸਟੋਰੀ ਸੀ। ਮਰੀਮ ਦੀ ਤੁਹਾਨੂੰ ਪਤਾ ਜੋ ਕੁਝ ਵੀ ਹੋ ਰਿਹਾ, ਜੋ ਵੀ ਡਰਾਮੇ ਬਣ ਰਹੇ, ਇੱਕ ਸਲੋ ਮੋਸ਼ਨ ਦੀ ਇੱਕ ਪਾਸੋਂ ਆ ਰਹੀ, ਤੁਸੀਂ ਰੋਜ਼ਾਨਾ ਦੇਖਦੇ ਪਏ, ਇੱਕ ਪਾਸੇ ਉਧਰ ਕੁੜੀ ਭੱਜੀ ਆ ਰਹੀ, ਉਧਰ ਕੁੜੀ ਹੈ ਜ਼ੋਰ ਦੀ ਘੁੱਟ ਕੇ ਜੱਫੀ ਪੈਂਦੀ ਉੱਥੇ। ਉਸ ਤੋਂ ਬਾਅਦ ਫਿਰ ਜੱਫੀ ਲੰਮੀ ਹੋ ਜਾਂਦੀ ਹੈ ਸਲੋ ਮੋਸ਼ਨ ਦੇ ਵਿੱਚ। ਅਜੀਬੋ ਗਰੀਬ ਸੂਰਤ ਹਾਲ ਬਣੇ, ਮਾਂ ਆ ਗਈ, ਮੂੰਹ ਤੇ ਹੱਥ ਰੱਖੇ ਨੇ ਇੰਜ ਕਰਕੇ। ਯਾਨੀ ਖੁਦਾ ਦੀ ਪਨਾਹ ਯਾਰ, ਰੱਬ ਦਾ, ਮੈਨੂੰ ਸਮਝੋ ਬਾਹਰ ਹੋ ਗਿਆ ਵੈਸੇ ਨਾ। ਇਸ ਖਤੂਨ ਨੇ, ਇਸ ਜ਼ਨਾਨੀ ਨੇ ਕਿਹੜੇ ਚੰਨ ਚਾੜਨੇ ਨੇ, ਕਿਹੜੇ ਕੰਮ ਕਰਨੇ ਨੇ। ਨਖੀਰ ਹੀ ਹੈ ਝੂਠੀ ਜ਼ਮਾਨੇ ਦੀ, ਝੂਠ ਬੋਲੇ ਜੀ ਮੇਰੀ ਪਾਕਿਸਤਾਨ ਤੇ ਮੇਰੇ ਪਾਕਿਸਤਾਨ ਦੇ ਕੀ ਪਤਾ ਨਹੀਂ, ਕਿਤੇ ਵੀ ਜਾਇਦਾਦ ਕੋਈ ਨਹੀਂ ਹੈ, ਕੋਈ ਜਾਇਦਾਦ ਨਹੀਂ ਕਰਾਈ। ਫਿਰ ਕਲੈਬਰੇਟਰੀ ਫੋਨ ਇਹਨੇ ਬਣਾ ਲਿਆ, ਜਾਲਸਾਜ਼ੀ ਦੀ ਮਾਹਿਰ ਤਰੀਨ ਖਤੂਨ, ਝੂਠ ਡਰਾਮੇ ਦੀ ਅਖੀਰ ਜ਼ਨਾਨੀ ਹੈ ਵੀ। ਇਹ ਵੀ ਖੁਦਾ ਦੀ ਕਸਮ ਮਰੀਮ ਵੀ ਨਾ, ਕਿ ਰਹਿ ਰੱਬ ਦਾ ਨਾ। ਤੇ ਇਹ ਹਿਸਾਬ ਹੈ ਜੀ, ਉਹਨਾਂ ਨੇ ਹੁਣ ਧੀ ਤੋਂ ਮਾਂ ਦਾ ਸਫ਼ਰ ਅਖਤਿਆਰ ਕਰ ਲਿਆ। ਤੇ ਮਾਂ ਤੋਂ ਬਾਅਦ ਹੁਣ ਪਤਾ ਨਹੀਂ ਅੱਗੇ, ਤੁਸੀਂ ਆਪੇ ਬਹਿ ਕੇ ਸੋਚਿਆ ਜੇ ਹੁਣ ਅੱਗੇ ਇਹਨਾਂ ਨੇ ਕਿੱਧਰ ਜਾਣਾ ਜਾ। ਅੱਛਾ, ਇੱਕ ਬੜੀ ਖਬਰ ਅੱਜ ਕੱਲ੍ਹ ਗਰਮ ਹੋਈ ਹੈ, ਮੁਲਕ ਰਿਆਜ਼ ਨੂੰ ਫੜ ਲਓ, ਮੁਲਕ ਨੂੰ ਫੜ ਲਓ। ਮੈਨੂੰ ਉਸ ਵੇਲੇ ਹੈਰਤ ਹੋਈ ਜਦੋਂ ਮੈਂ ਛੋਟੇ ਜਿਹੇ ਕਲਿੱਪ ਦੇਖਿਆ, ਜਿਹੜਾ ਕਿ ਮੈਂ ਤੁਹਾਨੂੰ ਸ਼ਾਇਦ ਸੁਣਾ ਨਾ ਸਕਾਂ ਇੱਥੇ। ਉਹ ਯੂਟਿਊਬ ਦਾ ਰੌਲਾ ਪਾ ਲੈਂਦਾ। ਯੂਟਿਊਬ ਕਹਿੰਦਾ ਜੀ ਸਾਡੀਆਂ ਇੱਦਾਂ ਦੀ ਇਹ ਕਾਪੀਰਾਈਟ ਹੈ ਤੇ ਇਹ ਹੈ ਤੇ ਉਹ ਹੈ, ਇੱਦਾਂ ਦੀਆਂ ਗੱਲਾਂ ਕਰਦਾ ਯੂਟਿਊਬ। ਤੇ ਉਹਦੇ ਚੱਕਰ 'ਚ ਮੈਂ ਤੁਹਾਨੂੰ ਸ਼ਾਇਦ ਸੁਣਾ ਨਾ ਸਕਾਂ, ਲੇਕਿਨ ਮੈਂ ਇਹਨਾਂ ਦੱਸ ਦਿੰਦਾ ਕਿ ਜੀ ਖਵਾਜਾ ਸਾਹਿਬ ਨੇ ਕਿਹਾ ਜੀ ਕਿ ਸਾਡੀ UAE ਦੇ ਨਾਲ ਇੱਕ ਮੁਆਹਦਾ, ਉਸ ਮੁਆਹਦੇ ਦੇ ਤਹਿਤ ਅਸੀਂ ਆਪਣੇ ਜਿਹੜੇ ਮੁਜਰਮ ਜਿਹੜੇ ਨੇ ਉਹ ਸਾਨੂੰ ਦੇ ਦਿੰਦੇ ਨੇ, ਅਸੀਂ ਉਹਨਾਂ ਨੂੰ ਦੇ ਦੇਣੇ ਬੰਦੇ ਨੂੰ ਜਿਹਨਾਂ ਨੇ ਕੋਈ ਕ੍ਰਾਈਮ ਕੀਤਾ ਦੁਨੀਆ ਮੁਲਕਾਂ ਦੇ ਵਿੱਚ। ਜਦੋਂ ਖਵਾਜਾ ਸਾਹਿਬ ਇਹ ਗੱਲ ਕਰ ਰਹੇ ਸਨ, ਖਵਾਜਾ ਸਾਹਿਬ ਦਾ ਰੰਗ ਉੱਡਿਆ ਸੀ। ਖਵਾਜਾ ਸਾਹਿਬ ਦਾ ਪ੍ਰੋਪਰ ਰੰਗ ਉੱਡਿਆ। ਮੈਂ ਤੁਹਾਨੂੰ ਯਕੀਨ ਕਰੋ, ਮੈਂ ਕਹਾਂਗਾ ਕਿ ਲੱਭ ਕੇ ਖਵਾਜਾ ਸਾਹਿਬ ਨੇ ਜੀ ਸਟੇਟਮੈਂਟ ਦਿੱਤੀ ਹੈ, YouTube ਤੇ ਪਈ ਹੋਈ ਹੈ। ਮੈਂ ਇੱਥੇ ਮਜਬੂਰੀ ਮੇਰੀ, ਮੈਂ ਦਿਖਾ ਨਹੀਂ ਸਕਦਾ, ਮੇਰਾ ਬੜਾ ਦਿਲ ਕਰਦਾ ਤੁਹਾਨੂੰ ਦਿਖਾਵਾਂ, ਦੇਖਣਾ ਉਹਨਾਂ ਦਾ ਰੰਗ ਉੱਡਿਆ। ਸਾਡਾ ਵਜ਼ੀਰ ਦਿਫਾ ਹੈ, ਉਹਦਾ ਰੰਗ ਉੱਡਿਆ। ਉਹ ਰੰਗ ਉੱਡਿਆ ਔਰ ਦੱਸ ਰਿਹਾ ਜੀ ਕਿ ਮੁਲਕ ਰਿਆਜ਼ ਦੇਖੋ ਜੀ, ਐਸਾ ਕਰੈਕਟਰ ਸ਼ੁਰੂ ਤੋਂ ਰਿਹਾ। ਉਹਦੀਆਂ ਅੱਛਾਈਆਂ ਦੇਖੋ ਤੇ ਉਹਨੇ ਲੋਕਾਂ ਨੂੰ, ਭੁੱਖਿਆਂ ਨੂੰ ਰੋਟੀ ਖਵਾਈ ਹੈ, ਉਹਨੇ ਲੋਕਾਂ ਨੂੰ ਹੱਜ ਕਰਾਏ, ਉਮਰੇ ਕਰਾਏ। ਉਹਨਾਂ ਨੇ ਜਿੱਥੇ ਉਹਨੇ ਰਿਸ਼ਵਤਾਂ ਦੀਆਂ ਸਟੋਰੀਆਂ ਨੇ ਕਿ ਰਿਸ਼ਵਤਾਂ ਦਿੱਤੀਆਂ ਲੋਕ, ਉਹ ਦੇਖੋ ਉਹ ਵਿਚਾਰਾ ਗਰੀਬ ਆਪ ਓਪਨ ਕਰ। ਉਹ ਪਹਿਲਾ ਬੰਦਾ ਮੇਰਾ ਖਿਆਲ ਜਿਹਨੇ ਗੱਲ ਕੀਤੀ ਕਿ ਮੈਂ ਤੇ ਫਾਈਲਾਂ ਨੂੰ ਪੈਸੇ ਲਾਉਂਦਾ ਤੇ ਫਿਰ ਮੇਰਾ ਕੰਮ ਹੁੰਦਾ। ਇਹ ਜਿਹੜੇ ਮੈਂ ਬੈਰੀਅਰ ਟਾਊਨ ਬਣਾਏ, ਚੀਜ਼ਾਂ ਬਣਾਈਆਂ, ਉਹਨੇ ਇੱਥੇ ਤੱਕ ਕਰੀ ਸੀ ਮੇਰੇ ਹੱਥ ਦਿਓ ਅਖਤਿਆਰਾਤ ਤੇ ਮੈਂ ਤੁਹਾਨੂੰ ਪੂਰਾ ਪਾਕਿਸਤਾਨ ਦਾ ਕਰ ਦਿਆਂਗਾ। ਲੇਕਿਨ ਇੱਕ ਪਾਸੇ ਉਹਦੀ ਇੱਕ ਚੀਜ਼ ਇਹ ਹੈ, ਦੂਸਰੇ ਪਾਸੇ ਉਹਦੀ ਕਰਪਸ਼ਨ ਦੀਆਂ ਗੱਲਾਂ ਨੇ। ਲੇਕਿਨ ਹੁਣ ਰੌਲਾ ਇਹੀ ਹੈ ਕਿ ਜੀ ਖਾਨ ਸਾਹਿਬ ਦੇ ਖਿਲਾਫ ਗਵਾਹੀ ਦੇਗਾ ਤੇ ਖਾਨ ਸਾਹਿਬ ਨੂੰ ਸਜ਼ਾ ਹੁੰਦੀ ਹੈ, ਨਹੀਂ ਤਾਂ ਖਾਨ ਸਾਹਿਬ ਸਜ਼ਾ ਨਹੀਂ ਹੁੰਦੀ। ਤੇ ਉਹਦੇ ਵਾਸਤੇ ਉਹ ਹੁਣ ਉਹਨੂੰ ਲੱਭਦੇ ਫਿਰਦੇ ਆ ਕਿ ਭਾਈ ਸਾਡੇ ਹੱਥ ਆਵੇ ਤੇ ਇਹਦਾ ਅਸੀਂ ਨਾ ਹੁਣ ਮੱਕੂ ਠੱਪੀਏ। ਲੇਕਿਨ ਇਹ ਹੈ ਕਿ ਮੈਂ ਤਾਂ ਖਵਾਜਾ ਸਾਹਿਬ ਦੀ ਬਾਡੀ ਲੈਂਗੁਏਜ ਦੇਖ ਰਿਹਾ ਸੀ, ਉਹਨਾਂ ਦੀ ਜਿੱਦਾਂ ਗੱਲ ਕਰ ਰਹੇ ਸਨ ਨਾ। ਬੰਦਾ ਹੁੰਦਾ ਜਦੋਂ ਕੋਈ ਬੰਦਾ ਗੱਲ ਕਰੇ ਤੁਸੀਂ ਉਹਦੇ ਮੂੰਹ ਵੱਲ ਵੇਖੋ, ਤੁਹਾਨੂੰ ਪਤਾ ਲੱਗ ਜਾਂਦਾ ਕਿੰਨੇ ਕੁ ਪਾਣੀ 'ਚ ਖੜਾ। ਉਹ ਮਰਿਆ ਸੀ
ਔਰ ਮੈਂ ਸੋਚ ਰਿਹਾ ਸੀ ਕਿ ਯਾਰ ਇਹਨਾਂ ਕੋਲੋਂ ਕੈਸਾ ਕੈਸਾ ਕੰਮ ਕਰਾ ਲਿਆ ਆਸਮ ਮੁਨੀਰ ਨੇ ਕੈਸਾ ਕੈਸਾ ਕੰਮ ਕਰਾ ਰਿਹਾ। ਨਦੀਮ ਅੰਜਮ ਨੂੰ ਦੇਖ ਲਓ, ਇਹ ISI ਦਾ ਚੀਫ ਸੀ 4 ਦਿਨ ਪਹਿਲੇ, ਹੁਣ ਉਹ ਟੁਰਿਆ ਫਿਰਦਾ, ਕਦੀ ਉਹ ਮੁਲਕ ਰਿਆਜ਼ ਕੋ ਚਲਾ ਜਾਂਦਾ, ਕਦੀ ਕਿਸੇ ਕੋ ਚਲਾ ਜਾਂਦਾ, ਕਦੀ ਕਿਸੇ ਕੋ ਚਲਾ ਜਾਂਦਾ। ਉਹਨੇ ਸਿਆਸਤ ਨਹੀਂ ਸੀ ਕਰਨੀ, ਉਹ ਸਿਆਸਤ ਦੇ ਵਿੱਚ ਉਹਦੇ ਉੱਪਰ ਕੋਈ ਪਾਬੰਦੀ ਨਹੀਂ, ਸੌਰੀ ਉਹ ਤੇ ਕੋਈ ਪਾਬੰਦੀ ਨਹੀਂ। ਉਹਨੇ ਜਾ ਕੇ ਫੇਰੇ ਲਾਣੇ ਸ਼ੁਰੂ ਕਰ ਦਿੱਤੇ ਨੇ, ਕਿਸੇ ਨੇ ਪੁੱਛਿਆ ਉਹਨੂੰ, ਲਾਉਂਦੇ ਪਏ ਨੇ ਫੇਰੇ। ਇੱਕ ਪਾਸੇ ਕਹਿੰਦੇ ਸਾਡਾ ਸਿਆਸਤ ਤਾਲੁਕ ਕੋਈ ਨਹੀਂ, ਹੁਣ ਇਮਰਾਨ ਖਾਨ ਨੂੰ ਕਿਸੇ ਤਰੀਕੇ ਨਾਲ ਫਾਇਲ ਲਾ ਦਈਏ, ਇਹਨੂੰ ਫੜ ਲਈਏ, ਇਹਨੂੰ ਇਹ ਕਰ ਦਈਏ, ਇਹਨੂੰ ਉਹ ਕਰ ਦਈਏ, ਉਸ ਚੱਕਰ 'ਚ ਹੁਣ ਸਾਰੇ ਲੱਗੇ ਨੇ। ਔਰ ਦੇਖੋ ਆਸਮ ਮੁਨੀਰ कैसे कैसे ਕੰਮ ਕਰਾ ਗਿਆ। ਸ਼ਹਿਬਾਜ਼ ਸ਼ਰੀਫ ਨੂੰ ਪਤਾ ਕਿ ਮੈਂ ਮਰ ਗਿਆ, ਮੈਂ ਦਲਦਲ 'ਚ ਫਸ ਗਿਆ, ਲੇਕਿਨ ਉਹ ਜ਼ਰਾ ਦੁਸ਼ਮਣ ਲੈ ਕੇ ਬੈਠਾ। ਹਾਲਾਂਕਿ ਇੱਕ ਵਾਰੀ ਇਸਤੀਫਾ ਦੇਵੇ ਨਾ ਸ਼ਹਿਬਾਜ਼ ਸ਼ਰੀਫ ਤੇ ਐਸਟੈਬਲਿਸ਼ਮੈਂਟ ਨੁਕਰਨ ਲੱਗਦੀ ਹੈ, ਲੇਕਿਨ ਉਹ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਪਤਾ ਜਿੱਦਣ ਮੈਂ ਇਸਤੀਫਾ ਦਿੱਤਾ ਉਦੋਂ ਮੇਰੇ ਕੇਸ ਖੁੱਲ ਜਾਣਾ, ਮੈਂ ਅੰਦਰ ਹੋ ਜਾਣਾ। ਇਹ ਇੰਨੇ ਬਲੈਕਮੇਲ ਹੋਏ ਨੇ ਸਿਆਸਤਦਾਨ, ਇਹਨਾਂ ਨੂੰ ਸਮਝ ਨਹੀਂ ਆਈ ਕਿ ਮੈਂ ਹੈਰਾਨ ਹੋ ਗਿਆ। ਐਸਟੈਬਲਿਸ਼ਮੈਂਟ ਵੀ ਕਿ ਦੇਖੋ ਕੈਸੀ ਹੈ, ਸਾਰਾ ਪਾਕਿਸਤਾਨ ਮੁਖਾਲਫ ਕਰ ਲਿਆ, ਸਾਰਾ ਪਾਕਿਸਤਾਨ ਮੁਖਾਲਫ ਕਰ ਲਿਆ ਇਹਨਾਂ ਨੇ, ਆਪਣੀ ਹਰ ਚੀਜ਼ ਖਤਮ ਕਰਤੀ, ਲੰਮੇ ਪੈ ਗਏ, ਇਸ ਬੁਰੇ ਤਰੀਕੇ ਨਾਲ ਲੰਮੇ ਪੈ ਗਏ। ਇਹਨਾਂ ਦੀ ਸਿਆਸਤ ਮੇਰੀ ਸਮਝੋ ਬਾਹਰ ਹੋ ਗਈ ਹੈ, ਮੁਸਲਿਮ ਲੀਗ ਨੂਨ ਦੀ, ਪੀਪਲ ਪਾਰਟੀ ਦੀ ਸਿਆਸਤ ਸਮਝੋ ਬਾਹਰ ਹੋ ਗਈ ਹੈ। ਉਹਨਾਂ ਨੇ ਇਹਨਾਂ ਨੂੰ ਰੱਬ ਮੰਨ ਲਿਆ, ਉਹਨਾਂ ਨੇ ਇਹਨਾਂ ਨੂੰ ਖੁਦਾ ਮੰਨ ਲਿਆ ਤੇ ਲੰਮੇ ਪੈ ਗਏ, ਸਿਰਫ ਇਸ ਲਈ ਕਿ ਕੇਸ ਦਾ ਨਹੀਂ ਸਾਹਮਣਾ ਨਹੀਂ ਕਰ ਸਕਦੇ। ਉਹਨੂੰ ਪਤਾ ਕਿ ਅਸੀਂ ਬਾਹਰ ਗੱਲਾਂ ਨਿਕਲਣਗੀਆਂ ਤੇ ਸਾਡੀ ਘੁੰਮ, ਔਰ ਇਹਨਾਂ ਨੂੰ ਐਸਟੈਬਲਿਸ਼ਮੈਂਟ ਨੇ ਵੀ ਯਕੀਨ ਦਵਾਤਾ ਵੋਟ ਦੀ ਲੋੜ ਕੋਈ ਨਹੀਂ, ਅਸੀਂ ਹੈਗੇ ਅੱਲਾ ਮੀਆਂ, ਅਸੀਂ ਹੈਗੇ ਰੱਬ, ਅਸੀਂ ਹੈਗੇ ਤੁਹਾਡੇ ਵਾਰਿਸ, ਤੁਹਾਨੂੰ ਵੋਟ ਦੀ ਲੋੜ ਕੋਈ ਨਹੀਂ। ਆ ਦੇਖੋ ਤੁਹਾਨੂੰ ਘੁੰਮਣ ਬਣਾ ਕੇ ਨਹੀਂ ਦਿੱਤੀ, ਦੇਖ ਲਓ ਤੁਸੀਂ। ਉਹਨਾਂ ਕਹਾ ਹਾਂਜੀ ਬਿਲਕੁਲ ਘੁੰਮਣ ਸਾਨੂੰ ਬਣਾ ਕੇ ਦਿੱਤੀ ਤੁਸੀਂ, ਉਹ ਹੁਣ ਲੰਮੇ ਪੈ ਗਏ। ਇੱਕ ਇਮਰਾਨ ਖਾਨ ਸ਼ੇਰ ਦਾ ਬੱਚਾ ਜਿਹੜਾ ਡਟਿਆ, ਔਰ ਇੱਕ ਤੁਸੀਂ ਆਵਾਮ ਸਾਡੇ ਵਰਗੇ ਪਾਗਲ ਝੱਲੇ ਯੂਟਿਊਬਰ ਬੈਠੇ ਨੇ, ਗੱਲਾਂ ਕਰੀ ਜਾਂਦੇ ਨੇ ਤੇ ਡਟੇ ਆ ਅੱਲਾ ਦੇ ਨਾਮ ਦੇ ਨਾਲ ਲੈ ਕੇ। ਅੱਛਾ ਜੀ, ਅੱਗੇ ਵਧਣ ਤੋਂ ਪਹਿਲੇ ਇੱਕ ਮੈਂ ਗੱਲ ਜਿਹੜੀ ਜ਼ਰੂਰੀ ਹੈ ਨਾ, ਉਹ ਇੱਕ ਨਿੱਕੀ ਜੀ ਮੈਂ ਗੱਲ ਕਰਦਾ ਜਾਵਾਂ ਕਿ ਅੱਲਾਹ ਪਾਕ ਨੇ ਸਾਨੂੰ 3 ਸ਼ਾਵਾਂ ਦੱਸੀਆਂ ਕਾਮਯਾਬੀ ਵਾਸਤੇ। 3 ਸ਼ਾਵਾਂ ਇਹ ਨਹੀਂ ਦੱਸਿਆ ਕੋਈ 100 ਊਠ ਹੋਏਗਾ ਜਾਂ 100 ਗੱਡੀ ਹੋਏਗੀ ਉਹ ਬੰਦਾ ਕਾਮਯਾਬ ਹੋਏਗਾ, ਜਰਨੈਲ ਹੋਏਗਾ ਤੇ ਕਾਮਯਾਬ ਹੋਏਗਾ, ਮੇਰੇ ਮਾਲਕ ਕੋਈ ਨਹੀਂ। ਅੱਲਾਹ ਪਾਕ ਨੇ ਕਿਹਾ ਜਿਹੜੇ ਬੰਦੇ ਮੰਨ ਲਿਆ, ਜਿਨ੍ਹਾਂ ਨੇ ਖੁਦ ਰੱਬ ਦੀ ਰਸਤੀ ਨੂੰ ਮਜ਼ਬੂਤੀ ਨਾਲ ਸਮਝਿਆ, ਅੱਛਾਈ ਔਰ ਬੁਰਾਈ ਦਾ ਸਾਥ ਦਿੱਤਾ, ਇਹ ਬੰਦੇ ਕਾਮਯਾਬ ਨੇ। ਤੁਸੀਂ ਇਹੀ ਸਿਰਫ 3 ਕੰਮ ਕਰੋ ਨਾ ਤੇ ਤੁਸੀਂ ਕਾਮਯਾਬ ਹੋ। ਤੁਸੀਂ ਕੋਈ ਬਹੁਤਾ ਨੇਕ ਨਹੀਂ, ਨਾ ਮੈਂ ਬਹੁਤਾ ਨੇਕ ਹਾਂ, ਬਹੁਤ ਸਾਰੇ ਕੰਮ ਨਹੀਂ ਕਰ ਸਕਦੇ, ਅੱਛਾਈ ਦਾ ਸਾਥ ਦੇ ਸਕਦੇ ਹਾਂ, ਰੱਬ ਤੇ ਯਕੀਨ ਕਰ ਸਕਦੇ। ਮਾਯੂਸੀ ਗੁਨਾਹ ਹੈ, ਮਾਯੂਸ ਨਹੀਂ ਹੋਣਾ। ਅੱਲਾਹ की रस्सी को मजबूती से थामे वाली ਜਿਹੜੀ ਗੱਲ ਹੈ, ਫੜਨ ਵਾਲੀ ਅੱਲਾਹ ਦੀ ਰੱਸੀ ਨੂੰ ਫੜੀ ਰੱਖੋ ਵੀ ਅੱਲਾਹ ਨੇ ਉਹ ਤੇ ਭਰੋਸਾ ਕਰੋ ਤੇ ਮਾਯੂਸ ਨਾ ਹੋਵੋ, ਡਟੇ ਰਹੋ। ਸੋ ਇਹ ਕੰਮ ਅਸੀਂ ਕਰਦੇ ਰਹਿਣਾ ਤੇ ਇਹ ਤੁਸੀਂ ਵੀ ਕਰੀ ਜਾਓ ਤੇ ਅਸੀਂ ਵੀ ਕਰੀ ਜਾਂਦੇ ਹਾਂ। ਅੱਛਾ, ਅਸਲ 'ਚ ਮੈਂ ਜਦੋਂ ਬੈਠਾ ਸੀ ਨਾ, ਮੈਂ ਗੱਲ ਕੁਛ ਹੋਰ ਕਰਨਾ ਚਾਹ ਰਿਹਾ ਸੀ, ਐਂਡ ਤੇ ਆ ਗਿਆ। ਹੁਣ ਮੇਰੇ ਕੋਲ ਰਹਿ ਕੇ ਤੇਰਾ 3-4 ਮਿੰਟ ਰਹਿ ਗਏ, 2-3 ਮਿੰਟ ਦੀ ਮੈਂ ਕੋਸ਼ਿਸ਼ ਕਰਾਂ ਗੱਲ ਖਤਮ ਹੋਣੀ। ਗੱਲ ਇਸ ਤਰ੍ਹਾਂ ਸਰ ਕਿ ਮੈਨੂੰ ਕਿਸੇ ਨੇ ਪੁੱਛਿਆ ਕਿ ਵੀ ਤੇ ਓਵਰਸੀਜ਼ ਕੀ ਚਾਹੁੰਦੇ ਆ, ਬਾਹਰ ਬੈਠੇ ਬੰਦੇ ਕੀ ਚਾਹੁੰਦੇ ਆ। ਮੈਂ ਸਰ ਤੁਹਾਨੂੰ ਦੱਸਣਾ ਮੈਂ ਕੀ ਚਾਹੁੰਦਾ। ਓਵਰਸੀਜ਼ ਕੀ ਚਾਹੁੰਦੇ ਆ, ਸਾਰੇ ਉਹੀ ਚਾਹੁੰਦੇ ਜੋ ਮੈਂ ਤੁਹਾਨੂੰ ਦੱਸਣ ਲੱਗਾ। ਉਹ ਚਾਹੁੰਦੇ ਆ ਕਿ ਜਿਹੜੀ ਜ਼ਿੰਦਗੀ ਅਸੀਂ ਇੱਥੇ ਗੁਜ਼ਾਰਦੇ ਪਏ ਹਾਂ, ਜਿਸ ਤਰ੍ਹਾਂ ਜ਼ਿੰਦਗੀ ਅਸੀਂ ਇੱਥੇ ਗੁਜ਼ਾਰਦੇ ਪਏ ਹਾਂ, ਤੁਸੀਂ ਪਾਕਿਸਤਾਨ 'ਚ ਗੁਜ਼ਾਰੋ, ਪਾਕਿਸਤਾਨ ਦੀ ਆਵਾਮ ਪਾਕਿਸਤਾਨ ਗੁਜ਼ਾਰੇ। ਮਸਲਨ ਕਿੱਦਾਂ ਦੀ ਜ਼ਿੰਦਗੀ ਇੱਦਾਂ ਦੀ ਕਿ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ, ਉਹਨੂੰ ਜਿਹੜੀ ਤੁਹਾਡੀ ਰਿਆਸਤ ਹੈ, ਤੁਹਾਡੀ ਜਿਹੜੀ ਸਟੇਟ ਹੈ, ਤੁਹਾਡੀ ਜਿਹੜੀ ਹੁਕੂਮਤ ਆ, ਉਹਦਾ ਹੱਥ ਫੜ ਲੈ ਕਿ ਤੂੰ ਬਿਮਾਰ ਆ। ਕਿਸੇ ਕੋ ਘਰ ਨਾ ਹੋਵੇ ਤਾਂ ਰਿਆਸਤ ਹੱਥ ਫੜ ਲੈ ਕਿ ਤੇਰੇ ਕੋ ਘਰ ਕੋਈ ਨਹੀਂ, ਤੈਨੂੰ ਮੈਂ ਘਰ ਦਿਆਂਗੇ। ਇਹ ਚੀਜ਼ਾਂ ਜਿਹੜੀਆਂ ਨੇ ਖਾਨ ਸਾਹਿਬ ਲੈ ਕੇ ਆਉਂਦੇ ਪਏ ਸੀ। ਖਾਨ ਸਾਹਿਬ ਨੇ ਹੈਲਥ ਕਾਰਡ ਦਿੱਤਾ, ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ, ਲੋਕਾਂ ਨੂੰ ਰੋਟੀ ਨੂੰ ਖਾਣੀ ਸ਼ੁਰੂ ਕਰਤੀ। ਉਹ ਇਹਨਾਂ ਬਗੈਰਤਾਂ ਕੋਲੋਂ ਬਰਦਾਸ਼ਤ ਨਹੀਂ ਹੋਇਆ। ਇਹ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਉੱਥੇ ਲੱਭੇ, ਪਾਕਿਸਤਾਨ 'ਚ ਸਾਰੀਆਂ ਚੀਜ਼ਾਂ ਲੱਭਣ। ਜਦੋਂ ਤੁਸੀਂ ਡਾਕਟਰ ਕੋਲ ਜਾਓ ਤੇ ਡਾਕਟਰ ਉੱਠ ਕੇ ਬਾਹਰ ਆ ਕੇ ਆਪ ਆਵੇ ਕਹੇ ਜੀ ਮੀਆਂ ਰਸ਼ੀਦ ਸਾਹਿਬ ਉੱਠ ਕੇ ਆ ਜਾਓ ਜੀ, ਪਲੀਜ਼ ਅੰਦਰ ਆ ਜਾਓ, ਤੁਸੀਂ ਲੈ ਕੇ ਅੰਦਰ ਜਾਵੇ। ਇਹ ਨਹੀਂ ਕਿ ਮੀਆਂ ਰਸ਼ੀਦ ਸਾਹਿਬ ਨੂੰ ਪਹਿਲੇ ਜਿਹਨਾਂ ਕੰਪਿਊਟਰ ਵੇਖੇ, ਕੰਪਿਊਟਰ ਜਾ ਕੇ ਉਸ ਤੋਂ ਵੱਡੇ ਕੰਪਿਊਟਰ ਨੂੰ ਵੇਖੇ, ਉਹਨੂੰ ਵੇਖੇ ਤੇ ਐਂਡ ਤੇ ਜਾ ਕੇ ਮੀਆਂ ਸਾਹਿਬ ਲਾਹੌਰ ਲੈ ਜਾਓ। ਇਸ ਤਰ੍ਹਾਂ ਨਹੀਂ ਸਰ, ਇਸ ਤਰ੍ਹਾਂ ਨਹੀਂ। ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਜ਼ਿੰਦਗੀ ਗੁਜ਼ਾਰਦੇ ਪਏ ਆ ਉੱਥੇ, ਜਿੱਥੇ ਅਸੀਂ ਇੱਥੇ ਗੁਜ਼ਾਰਦੇ ਪਏ ਹਾਂ, ਪਾਕਿਸਤਾਨੀ ਲੋਕ ਪਾਕਿਸਤਾਨ ਦੇ ਵਿੱਚ ਉਸੇ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨ। ਇਹ ਸਾਡਾ ਜਿਹੜਾ ਇਹ ਜੰਗ ਲੜਿਆ ਖਾਨ ਸਾਹਿਬ ਵੀ ਚਾਹ ਰਹੇ ਕਿ ਇਨਸਾਨ ਦੀ ਇੱਜ਼ਤ ਹੋਵੇ, ਇਨਸਾਨ ਦੀ ਕਦਰ ਹੋਵੇ, ਕਿਸੇ ਨਾਲ ਜ਼ੁਲਮ ਜਬਰ ਨਾ ਹੋਵੇ। ਇਹ ਚਾਹੁੰਦੇ ਅਸੀਂ ਇੱਥੇ। ਹੁਣ ਦੇਖੋ ਅਜੀਬ ਸਿਸਟਮ ਹੈ ਨਾ, ਇੱਕ ਇਹਨੂੰ ਲੱਗੇ ਕਈ ਸਾਲ ਲੱਗੇ ਇਹਨੂੰ, ਲੇਕਿਨ ਬਣ ਗਿਆ। ਹੁਣ ਬਣ ਗਿਆ ਤਾਂ ਹੁਣ ਕਾਮਯਾਬੀ ਨਾਲ ਚੱਲਣ ਡਿਆ। ਸਿਹਤ ਦੀ ਤੁਹਾਨੂੰ ਤਕਲੀਫ ਕੋਈ ਨਹੀਂ ਹੈਗੀ ਇੱਥੇ, ਸਿਰਫ ਇਹ ਕਿ ਮਿਹਨਤ ਕਰਨੀ ਪੈਂਦੀ ਹੈ। ਤੇ ਪਾਕਿਸਤਾਨੀ ਕੌਮ ਮਿਹਨਤ ਵਾਸਤੇ ਸ਼ਾਇਦ ਤਿਆਰ ਨਹੀਂ ਹੈਗੀ, ਮਿਹਨਤ ਕਰਨੀ ਪੈਂਦੀ, ਸੱਚ ਵਾਸਤੇ ਖਲੋਣਾ ਪੈਂਦਾ। ਇਹ ਕੌਮ ਇੱਥੇ ਇੱਕ ਕਾਲੇ ਨੂੰ ਉਹਨਾਂ ਨੇ ਗੋਡਾ ਰੱਖਿਆ ਪੁਲਿਸ ਵਾਲਿਆਂ ਨੇ ਤੇ ਉਹ ਬੰਦੇ ਦਾ ਮਰ ਗਿਆ। ਪੂਰਾ ਅਮਰੀਕਾ ਯੂਰਪ ਉੱਠ ਕੇ ਖਲੋ ਗਿਆ, ਕਿਉਂਕਿ ਆਪਣੇ ਹੱਕ ਵਾਸਤੇ ਖਲੋਣਾ ਪੈਂਦਾ। ਉਸ ਤੋਂ ਬਗੈਰ ਗੁਜ਼ਾਰਾ ਨਹੀਂ ਹੈ ਸਰ, ਉਸ ਤੋਂ ਬਗੈਰ ਗੁਜ਼ਾਰਾ ਹੈ ਹੀ ਨਹੀਂ, ਚੱਲ ਨਹੀਂ ਸਕਦੇ ਤੁਸੀਂ ਆਪਣੇ ਹੱਕ ਵਾਸਤੇ ਖਲੋਣ ਨੂੰ ਤਿਆਰ ਨਹੀਂ। ਸ਼ਾਵਾਂ ਤੁਹਾਨੂੰ ਸਾਰੀਆਂ ਚਾਹੀਦੀਆਂ, ਇਸ ਤਰ੍ਹਾਂ ਹੋਣਾ ਨਹੀਂ ਸਰ।
ਤੁਹਾਨੂੰ ਖਲੋਣਾ ਪੈਣਾ, ਤੁਹਾਨੂੰ ਦੱਸਣਾ ਪੈਣਾ ਕਿ ਭਾਈ ਜੀ ਸਾਨੂੰ ਇਹ ਚੀਜ਼ਾਂ ਚਾਹੀਦੀਆਂ, ਸਾਨੂੰ ਇਹ ਸ਼ੈਵਾਂ ਇੱਕੋ ਬੰਦਾ ਦੇ ਸਕਦਾ, ਇਮਰਾਨ ਖਾਨ ਦੇ ਸਕਦਾ, ਜਿਹਨੇ ਅੱਗੇ ਵੀ ਦਿੱਤੀਆਂ ਉਹ ਮੁੜ ਕੇ ਵੀ ਦੇਗਾ। ਓਵਰਸੀਜ਼ ਵੀ ਤੁਹਾਡੇ ਨਾਲ ਹੈ, ਬਾਹਰ ਬੈਠੇ ਜਿਹੜੇ ਬੰਦੇ ਉਹ ਵੀ ਤੁਹਾਡੇ ਨਾਲ ਨੇ। ਸੋ ਕਹਿਣਾ ਮੈਂ ਇਹ ਚਾਹੁੰਦਾ ਕਿ ਅਸੀਂ ਉਹ ਚਾਹੁੰਦੇ ਹਾਂ ਕਿ ਜੋ ਅਸੀਂ ਜ਼ਿੰਦਗੀ ਗੁਜ਼ਾਰਨੇ ਆ ਉਹ ਤੁਹਾਨੂੰ ਉੱਥੇ ਲੱਭੇ, ਉਹਦੇ ਵਾਸਤੇ ਤੁਹਾਨੂੰ ਖਲੋਣਾ ਪੈਣਾ, ਤੁਹਾਨੂੰ ਗੱਲ ਕਰਨੀ ਪੈਣੀ ਹੈ, ਤੁਹਾਨੂੰ ਉੱਠਣਾ ਪੈਣਾ। ਉਸ ਤੋਂ ਬਗੈਰ ਤਾਂ ਕੋਈ ਰਸਤਾ ਕੋਈ ਨਹੀਂ ਹੈਗਾ। ਉਸ ਤੋਂ ਬਾਅਦ ਤੁਸੀਂ ਭੁੱਲ ਜਾਓ, ਅਗਲੇ 100 ਸਾਲ ਭੁੱਲ ਜਾਓ, ਲੱਗੇ ਰਹੋ। ਤੇ ਖਾਨ ਦੀ ਜਿਹੜੀ ਮਿਹਨਤ ਰਾਏਗਾ ਨਹੀਂ ਜਾਣੀ। ਪਾਕਿਸਤਾਨ ਬਦਲ ਚੁੱਕਾ ਹੈ। ਪਹਿਲੀ ਦਫਾ ਹੋਇਆ ਕਿ ਲੋਕਾਂ ਨੇ ਬਰਾਦਰੀਓਂ ਬਾਹਰ ਜਾ ਕੇ ਵੋਟ ਦਿੱਤੇ ਨੇ, ਲੋਕੀ ਆਵਾਜ਼ ਚੁੱਕ ਰਹੇ ਨੇ, ਲੋਕੀ ਗੱਲ ਕਰ ਰਹੇ ਨੇ। ਥੋੜੀ ਜਿਹੀ ਚੀਜ਼ ਹੈਗੀ ਹੈ, ਥੋੜੀ ਜਿਹੀ ਸਾਡੀ ਕਿਆਦਤ ਨੂੰ ਸ਼ਰਮ ਕਰਨੀ ਚਾਹੀਦੀ। ਥੋੜੀ ਜਿਹੀ ਅਗਰ ਸ਼ਰਮ ਅਸੀਂ ਇਸ ਵਕਤ ਕਰ ਲਈ ਤੇ ਕਾਮਯਾਬੀ ਸਾਡੇ ਸਾਹਮਣੇ। ਮੈਨੂੰ ਇਜਾਜ਼ਤ ਦਿਆ ਜੇ, ਆਪਣਾ ਬਹੁਤ ਖਿਆਲ ਰੱਖਿਆ ਜੇ। ਅੱਲਾ ਹਾਫਿਜ਼।